ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਸ਼ਦੀਪ ਤੇ ਖਬਰਾਂ ਵੱਲ ਰੁਕ ਕਰਨ ਤੋਂ ਪਹਿਲਾਂ ਇੱਕ ਨਜ਼ਰ ਖਾਸ ਹੈਡਲਾਈਨਸ ਤੇ। ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਲਈ ਟਰੂਡੋ ਨੂੰ ਕਰਨਾ ਹੋਵੇਗਾ ਕਾਫੀ ਕੰਮ। ਟਰੂਡੋ ਨੂੰ ਅਫਰੀਕਾ ਵਿੱਚ ਸਖਤ ਰਾਈਡ ਮੁਹਿੰਮ ਦਾ ਕਰਨਾ ਪਵੇਗਾ ਸਾਹਮਣਾ। ਦੇਸ਼ ਪਰਤਣ ਵਾਲੇ 325 ਕੈਨੇਡੀਅਨਸ ਦੀ ਮਦਦ ਕਰੇਗੀ ਫੌਜ। ਹੈਰੀ ਅਤੇ ਮੇਗਨ ਨੂੰ ਸਰਕਾਰੀ ਖਰਚ ਤੇ ਸੁਰੱਖਿਆ ਦੇਣ ਦੇ ਪੱਖ ਵਿੱਚ ਨਹੀਂ ਹਨ ਕੈਨੇਡਾ ਦੇ ਲੋਕ। ਤਾਜ਼ਾ ਸਰਵੇਖਣ ਵਿੱਚ ਹੋਇਆ ਖੁਲਾਸਾ। ਦੋ ਪੰਜਾਬੀ ਫੈਸ਼ਨ ਡਿਜ਼ਾਈਨਰਸ ਦੀ ਹੋ ਰਹੀ ਵਾਹਵਾਹ। ਕੈਮਲੂਪ ਫੈਸ਼ਨ ਡਿਜ਼ਾਈਨਰ ਭਾਰਤ ਅਤੇ ਕੈਨੇਡਾ ਦੇ ਸੱਭਿਆਚਾਰ ਮੁਤਾਬਿਕ ਬਣਾ ਰਹੇ ਨੇ ਕੱਪੜਿਆਂ ਦੇ ਡਿਜ਼ਾਈਨ। ਬਰੈਂਪਟਨ ਵਿੱਚ ਗੋਲੀਬਾਰੀ ਤੋਂ ਬਾਅਦ ਦੋ ਗ੍ਰਿਫਤਾਰ ਹਥਿਆਰਾਂ ਨੂੰ ਕੀਤਾ ਗਿਆ ਕਾਬੂ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਮੌਂਟਰੀਅਲ ਅਤੇ ਵਾਸ਼ਿੰਗਟਨ ਡੀਸੀ ਲਈ ਹੋਏ ਰਵਾਨਾ। ਤੇ ਹੁਣ ਰੁਕ ਕਰਦੇ ਹਾਂ ਮੁੱਖ ਖਬਰਾਂ ਵੱਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਵਿੱਚ ਕੈਨੇਡਾ ਦੀ ਸੀਟ ਦਿਵਾਉਣ ਲਈ ਕਾਫੀ ਕੰਮ ਕਰਨਾ ਹੋਵੇਗਾ। ਇਸ ਹਫ਼ਤੇ ਟਰੂਡੋ ਅਫਰੀਕਾ ਦੇ ਦੌਰੇ ਉੱਤੇ ਜਾ ਰਹੇ ਨੇ ਤੇ ਬਹੁਤ ਸਾਰੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਰੂਡੋ ਦਾ ਅਫਰੀਕਾ ਦੌਰਾ ਕਾਫੀ ਛੋਟਾ ਹੈ ਅਤੇ ਇਹ ਕਾਫੀ ਦੇਰ ਨਾਲ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਵਿਦੇਸ਼ੀ ਮਦਦ ਤੇ ਸੰਯੁਕਤ ਰਾਸ਼ਟਰ ਦੀ ਪੀਸ ਕੀਪਿੰਗ ਫੋਰਸ ਲਈ ਕੈਨੇਡਾ ਵੱਲੋਂ ਕਰਮਚਾਰੀਆਂ ਦਾ ਪਾਇਆ ਗਿਆ ਯੋਗਦਾਨ ਇਸ ਸਮੇਂ ਹਮੇਸ਼ਾ ਨਾਲੋਂ ਘੱਟ ਹੈ। ਉਹਨਾਂ ਦੀ ਸਰਕਾਰ ਉਤੇ ਲਗਾਤਾਰ ਅਫਰੀਕਾ ਜੋ ਕਿ ਸੰਯੁਕਤ ਰਾਸ਼ਟਰ ਵਿੱਚ ਅਹਿਮ ਵੋਟਿੰਗ ਬਲਾਕ ਹੈ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ਼ ਲੱਗਦਾ ਰਿਹਾ। ਪਰ ਹੁਣ ਅਚਾਨਕ ਹੀ ਲਿਬਰਲਸ ਨੂੰ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਮਹਾਦੀਪ ਦੀ ਸਿਆਸੀ ਕੀਮਤ ਦਾ ਪਤਾ ਲੱਗਣ ਲੱਗ ਪਿਆ। ਟਰੂਡੋ ਇਥੋਪੀਆ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਦਿਸ਼ ਅਬਾਬਾ ਜਾਣਗੇ ਤੇ ਫਿਰ ਸੀਨੇਗਲ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਲਈ ਡਕਾ ਦਾ ਦੌਰਾ ਕਰਨ ਤੋਂ ਪਹਿਲਾਂ ਅਫਰੀਕੀ ਯੂਨੀਅਨ ਸਿਖਰ ਵਾਰਤਾ ਵਿੱਚ ਹਿੱਸਾ ਲੈਣਗੇ। ਕੌਮਾਂਤਰੀ ਸਹਿਯੋਗ ਲਈ ਕੈਨੇਡੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਨਿਕੋਲਸ ਮੋਇਰ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਅਫਰੀਕਾ ਵੋਟਿੰਗ ਬਲਾਕ ਦੇ 50 ਤੋਂ ਵੱਧ ਦੇਸ਼ਾਂ ਦੇ ਸਮਰਥਨ ਤੋਂ ਬਿਨਾਂ ਸਿਕਿਉਰਿਟੀ ਕੌਂਸਲ ਲਈ ਕੈਨੇਡਾ ਦੀ ਮੁਹਿੰਮ ਕਿਸੇ ਤਨ ਪਤਨ ਨਹੀਂ ਲੱਗਣ ਵਾਲੀ। 2021 ਵਿੱਚ ਸ਼ੁਰੂ ਹੋਣ ਜਾ ਰਹੇ ਕਾਰਜਕਾਲ ਲਈ 2 ਸਾਲਾਂ ਵਾਸਤੇ ਜੂਨ ਵਿੱਚ ਪੈਣ ਜਾ ਰਹੀ ਵੋਟ ਲਈ ਕੈਨੇਡਾ ਦਾ ਮੁਕਾਬਲਾ ਨਾਰਵੇ ਅਤੇ ਆਇਰਲੈਂਡ ਦੇ ਨਾਲ ਹੈ। ਇਹ ਦੋਵੇਂ ਦੇਸ਼ ਵਿਦੇਸ਼ੀ ਮਦਦ ਅਤੇ ਪੀਸ ਕੀਪਿੰਗ ਲਈ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਖਰਚਾ ਕਰਦੇ ਨੇ। ਵੂਹਾਨ ਚੀਨ ਤੋਂ ਫੈਡਰਲ ਸਰਕਾਰ ਦੇ ਭੇਜੇ ਚਾਰਟਰਡ ਜਹਾਜ਼ ਵਿੱਚ ਦੇਸ਼ ਪਰਤਣ ਵਾਲੇ ਕੈਨੇਡੀਅਨਸ ਨੂੰ ਸਹਿਯੋਗ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇਣਗੀਆਂ। ਇਹ ਖੁਲਾਸਾ ਡਿਫੈਂਸ ਸਟਾਫ ਦੇ ਚੀਫ ਜਨਰਲ JH ਵਾਂਸ ਵੱਲੋਂ ਕੀਤਾ ਗਿਆ। CAF ਮੈਡੀਕਲ ਟੀਮਾਂ ਵੀ ਸਰਕਾਰੀ ਅਧਿਕਾਰੀਆਂ ਨਾਲ ਟ੍ਰੈਂਟਨ ਓਨਟਾਰੀਓ ਦੇ ਕੈਨੇਡੀਅਨ ਫੋਰਸਿਸ ਬੇਸ ਉੱਤੇ ਪਹੁੰਚਣ ਵਾਲੇ ਕੈਨੇਡੀਅਨਸ ਦੀ ਮਦਦ ਕਰਨਗੀਆਂ। ਵਾਂਸ ਨੇ ਟ੍ਰੈਂਟਨ ਓਨਟਾਰੀਓ ਵਾਸੀਆਂ ਨੂੰ ਇਹ ਯਕੀਨ ਦਿਵਾਇਆ ਕਿ ਆਪਣੇ ਸਾਥੀ ਕੈਨੇਡੀਅਨ ਨਾਗਰਿਕਾਂ ਦੇ ਵੂਹਾਨ ਤੋਂ ਪਰਤਣ ਮਗਰੋਂ ਉਹਨਾਂ ਨੂੰ ਮੈਡੀਕਲ ਨਿਗਰਾਨੀ ਅਤੇ ਮੁਲਾਂਕਣ ਲਈ ਰੱਖੇ ਜਾਣ ਦੌਰਾਨ ਸਥਾਨਕ ਕੈਨੇਡੀਅਨਸ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਖਤਰਾ ਨਹੀਂ ਹੋਵੇਗਾ। ਚੀਨ ਦੇ ਪ੍ਰੋਵਿੰਸ ਹੁਬਈ ਜਿੱਥੇ ਇਹ ਆਊਟਬ੍ਰੇਕ ਹੋਇਆ ਸੀ ਨੂੰ ਛੱਡਣ ਲਈ 325 ਕੈਨੇਡੀਅਨ ਵੱਲੋਂ ਗਲੋਬਲ ਅਫੇਅਰਸ ਕੈਨੇਡਾ ਨੂੰ ਗੁਜ਼ਾਰਿਸ਼ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਇਹ ਚਾਰਟਰ ਜਹਾਜ਼ ਚੀਨ ਭੇਜਣ ਦਾ ਫੈਸਲਾ ਕੀਤਾ ਹੋਇਆ। ਇਹ ਜਹਾਜ਼ ਪਹਿਲਾਂ ਹਨੋਈ ਵੀਅਤਨਾਮ ਪਹੁੰਚੇਗਾ ਤੇ ਫਿਰ ਇਸ ਨੂੰ ਵੂਹਾਨ ਭੇਜਿਆ ਜਾਵੇਗਾ। ਇਹ ਜਾਣਕਾਰੀ ਗਲੋਬਲ ਅਫੇਅਰਸ ਕੈਨੇਡਾ ਨੇ ਦਿੱਤੀ। ਸੀਲਬੰਦ ਕੀਤੇ ਗਏ ਵੂਹਾਨ ਸ਼ਹਿਰ ਵਿੱਚ ਹਵਾਈ ਸਪੇਸ ਵੀ ਬੰਦ ਹੈ ਪਰ ਚੀਨ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਜਹਾਜ਼ ਉੱਥੇ ਲੈਂਡ ਕਰੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇੰਸੀਡੈਂਟ ਰਿਸਪਾਂਸ ਗਰੁੱਪ ਦੀ ਮੀਟਿੰਗ ਸੱਦ ਕੇ ਅਗਲੇ ਕਦਮ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਉਹਨਾਂ ਵੱਲੋਂ US ਅਤੇ ਬ੍ਰਿਟੇਨ ਨਾਲ ਵੀ ਸਹਿਯੋਗ ਵਾਸਤੇ ਤਾਲਮੇਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 361 ਤੱਕ ਪਹੁੰਚ ਗਈ ਹੈ ਤੇ ਦੁਨੀਆ ਭਰ ਵਿੱਚ ਹੁਣ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 17,205 ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਅਤੇ ਹੋਰਨਾਂ ਦੇਸ਼ਾਂ ਵੱਲੋਂ ਦਿੱਤੀ ਗਈ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਤੋਂ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਸੰਘੀ ਪ੍ਰਤੀਕਰਮ ਬਾਰੇ ਅਪਡੇਟ ਦੇਣ ਦੇ ਲਈ ਇੱਕ ਪ੍ਰੈਸ ਕਾਨਫਰੰਸ ਦੀ ਉਮੀਦ ਵੀ ਕੀਤੀ ਜਾ ਰਹੀ ਸੀ। ਜਿਵੇਂ ਕਿ ਸਥਿਤੀ ਦੇ ਅਨੁਸਾਰ 325 ਕੈਨੇਡੀਅਨਸ ਨੇ ਹੁਬਾਈ ਨੂੰ ਛੱਡਣ ਵਿੱਚ ਸਹਾਇਤਾ ਦੀ ਬੇਨਤੀ ਕੀਤੀ ਹੈ। ਚੀਨ ਵਿੱਚ 543 ਕੈਨੇਡੀਅਨਸ ਨੇ ਹੁਣ ਕੌਂਸਲਰ ਅਧਿਕਾਰੀਆਂ ਕੋਲ ਰਜਿਸਟਰ ਕਰਵਾ ਲਿਆ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ ਮੰਤਰੀ, ਸਿਹਤ ਮੰਤਰੀ, ਡਿਫੈਂਸ ਮਿਨਿਸਟਰ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ। ਜਲਦ ਹੀ ਕੈਨੇਡਾ ਤੋਂ ਵਿਸ਼ੇਸ਼ ਚਾਰਟਰਡ ਪਲੇਨ ਵੂਹਾਨ ਵਿੱਚ ਫਸੇ ਕੈਨੇਡਾ ਵਾਸੀਆਂ ਨੂੰ ਵਾਪਸ ਲੈ ਕੇ ਆਵੇਗਾ। ਇਸ ਤੋਂ ਬਾਅਦ ਉਹਨਾਂ ਨੂੰ ਟ੍ਰੈਂਟਨ ਸਥਿਤ ਕੈਨੇਡਾ ਫੌਜ ਦੇ ਬੇਸ ਉੱਤੇ 14 ਦਿਨ ਦੇ ਲਈ ਰੱਖਿਆ ਜਾਵੇਗਾ। ਅਜਿਹਾ ਇਸ ਲਈ ਤਾਂ ਜੋ ਇਹ ਵਾਇਰਸ ਕਿਤੇ ਕੈਨੇਡਾ ਵਿੱਚ ਨਾ ਫੈਲੇ। Over the last number of days, we have been working around the clock with our officials to assist those Canadians
wishing to leave the region of China currently under quarantine. As you saw yesterday, we have chartered a plane which will be going to Hanoi, where it will be pre-positioned as we await final approvals from the Chinese authorities. The airspace in Yuan is currently closed, so we need special dispensation for a plane to land. Furthermore, we need Chinese approval for the flight manifest and all the documentation of Canadians wishing to leave in order for them to travel to the airport, which, as you know, is currently closed. We will be in touch with Canadians in Wuhan later this afternoon to provide them all the necessary details. We have members of the Standing Rapid Deployment Team now on the ground in both Wuhan and Hanoi to help coordinate all this. So as the minister has said, this is a number of government agencies that are working very closely together, and we're also coordinating with provinces and territories, in particular Ontario, obviously where Trenton is based, but I want to thank Minister Elliott and her team for ensuring that we have such close collaboration with the province of Ontario. I also like to thank all of the other provincial and municipal health authorities who are in constant collaboration in terms of managing coronavirus here domestically, but who will also be assisting us in a number of ways throughout the repatriation process. So we've developed a plan really with the goal that the minister has indicated, which is to protect the health and safety of Canadians here in Canada, but also to protect the health and safety of Canadians who are unfortunately trapped in Wuhan in particular and have no other way to get home. So here is what the process will look like. In terms of the pre-boarding process in China, all Canadians who will be boarding the flight will undergo medical exit screenings by Chinese authorities before being allowed in the airport. And then travelers will undergo a second screening by Canadian Forces medical staff before being allowed to board the plane. During the flight, Canadian Forces medical team will complete a detailed health questionnaire to gather traveler contact tracing information. And if a passenger becomes ill during the flight, they will be moved to and segregated in an isolated area of the plane and masked for the duration of the flight. The plane will stop for refueling in Vancouver, and I'd like to thank the Government of British Columbia for their support in this. Passengers will stay on the plane while the plane is being refueled. If a passenger is ill and exhibiting symptoms on the flight, they will meet immediate medical assistance from the province of BC, who will transport them to a facility, and they will be isolated to prevent spread of disease, but also to protect them and to help them recover. The Department of National Defence and the Canadian Armed Forces will always be there to help Canadians in time of need. And as you know, just last month, troops were deployed to Newfoundland to help the residents after a major winter storm caused a state of emergency. And at the request of Minister Champagne and Minister Haidu, I've authorized the Canadian Armed Forces to support the returning Canadians currently impacted by the recent quarantine measures in Wuhan, China. Under Operation Globe, 6 Canadian Armed Forces personnel, 2 doctors and 4 nurses will be on the flight returning from China to provide medical assistance as required, including health screening of the passengers before, during, and at the conclusion of the flight. When the returning Canadians arrive in Trenton, they'll be provided accommodation at the Yukon Lodge, which is the Canadian Armed Forces base Trenton's newest accommodation. Trenton was chosen, as Mr. Haidu said, due to its ability to accommodate large numbers of people within a short timeline. We will make this day as comfortable as possible for the returning Canadians. And I want to assure all Canadian Armed Forces personnel and their families that their well-being is a priority and that we are taking all appropriate actions to protect their health based on expert medical advice. And I just want to state that I will continue to work with my colleagues to support their efforts to protect Canadians. ਤੇ ਉਧਰ ਕੈਨੇਡਾ ਦੇ ਜ਼ਿਆਦਾਤਰ ਲੋਕ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕਲ ਨੂੰ ਸਰਕਾਰੀ ਖਰਚੇ ਉੱਤੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਪੱਖ ਵਿੱਚ ਨਹੀਂ ਨੇ। ਇਹ ਜੋੜਾ ਅਧਿਕਾਰਿਕ ਤੌਰ ਤੇ ਸ਼ਾਹੀ ਪਰਿਵਾਰ ਤੋਂ ਅਲੱਗ ਹੋ ਚੁੱਕਿਆ ਹੈ। ਬ੍ਰਿਟੇਨ ਦੇ ਇਸ ਸ਼ਾਹੀ ਜੋੜੇ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਉਹ ਸ਼ਾਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਨੇ। ਇਸ ਤੋਂ ਬਾਅਦ ਇਹ ਜੋੜਾ ਕੈਨੇਡਾ ਆ ਗਿਆ ਤੇ ਇਸਨੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿੱਚ ਇੱਕ ਆਲੀਸ਼ਾਨ ਘਰ ਨੂੰ ਆਪਣਾ ਟਿਕਾਣਾ ਬਣਾ ਲਿਆ। ਇਸ ਸੰਬੰਧੀ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ
70% ਲੋਕਾਂ ਦਾ ਮੰਨਣਾ ਹੈ ਕਿ ਡਿਊਕ ਐਂਡ ਡਚੇਸ ਸਕਸੈਸ ਦੀ ਉਪਾਧੀ ਰੱਖਣ ਵਾਲੇ ਹੈਰੀ ਅਤੇ ਮੇਗਨ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ ਵਿੱਚ ਬ੍ਰਿਟਿਸ਼ ਮਹਾਰਾਣੀ ਦੇ ਨੁਮਾਇੰਦਿਆਂ ਦੇ ਤੌਰ ਤੇ ਨਹੀਂ ਰਹਿ ਰਹੇ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਸਿਰਫ 19% ਲੋਕਾਂ ਨੇ ਇਸ ਜੋੜੇ ਨੂੰ ਸਰਕਾਰੀ ਖਰਚ ਤੇ ਸੁਰੱਖਿਆ ਦੇਣ ਦਾ ਵਿਰੋਧ ਨਹੀਂ ਕੀਤਾ। ਤੁਹਾਨੂੰ ਦੱਸ ਦਈਏ, ਹੈਰੀ ਅਤੇ ਮੇਗਨ ਨੂੰ ਸੁਰੱਖਿਆ ਦੇਣ ਤੇ ਉੱਠ ਰਹੇ ਸਵਾਲਾਂ ਤੇ ਕੈਨੇਡਾ ਦੀ ਸਰਕਾਰ ਵੱਲੋਂ ਅਜੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਅਧਿਕਾਰੀਆਂ ਨੇ ਸਿਰਫ ਇਹੀ ਸੰਕੇਤ ਦਿੱਤਾ ਹੈ ਕਿ ਇਸ ਮਸਲੇ ਤੇ ਚਰਚਾ ਚੱਲ ਰਹੀ ਹੈ। 2/3 ਕੈਨੇਡੀਅਨ ਨਾਗਰਿਕਾਂ ਦਾ ਵੀ ਮੰਨਣਾ ਹੈ ਕਿ ਸ਼ਾਹੀ ਜੋੜੇ ਅਤੇ ਉਹਨਾਂ ਦੇ 8 ਮਹੀਨੇ ਦੇ ਬੱਚੇ ਆਰਚੀ ਦੀ ਨਿੱਜਤਾ ਦਾ ਸਨਮਾਨ ਬ੍ਰਿਟੇਨ ਦੇ ਮੁਕਾਬਲੇ ਕੈਨੇਡਾ ਵਿੱਚ ਜ਼ਿਆਦਾ ਹੋਵੇਗਾ। ਤੇ ਦੋ ਪੰਜਾਬੀ ਫੈਸ਼ਨ ਡਿਜ਼ਾਈਨਰਸ ਦੀ ਬੱਲੇ-ਬੱਲੇ ਹੋ ਰਹੀ ਹੈ, ਜਿਨ੍ਹਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ NBA ਦੇ ਪ੍ਰਸਿੱਧ ਖਿਡਾਰੀਆਂ ਵੱਲੋਂ ਪਾਏ ਜਾ ਰਹੇ ਨੇ। ਇਹ ਨੌਜਵਾਨ ਆਪਣੇ ਪੰਜਾਬੀ ਵਿਰਸੇ ਨੂੰ ਨਹੀਂ ਭੁੱਲੇ ਅਤੇ ਭਾਰਤ ਅਤੇ ਕੈਨੇਡਾ ਦੇ ਸੱਭਿਆਚਾਰ ਮੁਤਾਬਿਕ ਕੱਪੜੇ ਡਿਜ਼ਾਈਨ ਕਰ ਰਹੇ ਹਨ। ਸਨੀ ਬਸਰਾ ਤੇ ਕੇਵਿਨ ਖੂੰਗੇ ਨਾਂ ਦੇ ਦੋ ਪੰਜਾਬੀ ਨੌਜਵਾਨਾਂ ਦਾ ਪਾਲਣ ਪੋਸ਼ਣ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਵਿੱਚ ਭਾਰਤੀ ਕੈਨੇਡੀਅਨ ਭਾਈਚਾਰੇ ਦੇ ਵਿੱਚ ਹੋਇਆ। ਇਹਨਾਂ ਦੋਹਾਂ ਨੌਜਵਾਨਾਂ ਨੂੰ ਬਚਪਨ ਤੋਂ ਹੀ ਬਾਸਕਟਬਾਲ ਅਤੇ ਫੈਸ਼ਨ ਦਾ ਸ਼ੌਕ ਸੀ। ਇਸੇ ਸ਼ੌਕ ਨੇ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ। ਦਰਅਸਲ ਉਹਨਾਂ ਨੇ ਸੇਵਿਨ ਕਸਰਾ ਨਾਮ ਹੇਠ ਕੱਪੜਿਆਂ ਦੀ ਆਪਣੀ ਪਹਿਲੀ ਕਲੈਕਸ਼ਨ ਤਿਆਰ ਕੀਤੀ ਸੀ ਤੇ ਉਹਨਾਂ ਵੱਲੋਂ ਤਿਆਰ ਕੀਤੇ ਗਏ ਕੱਪੜੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ NBA ਦੇ ਪ੍ਰਸਿੱਧ ਖਿਡਾਰੀ ਪਾ ਰਹੇ ਹਨ, ਜਿਨ੍ਹਾਂ ਵਿੱਚ ਜੇਸਨ ਟੈਟਮ, ਕ੍ਰਿਸ ਪੌਲ ਅਤੇ ਟੋਬੀਅਨ ਹੈਰਿਸ ਜਿਹੇ ਪ੍ਰਸਿੱਧ ਖਿਡਾਰੀ ਸ਼ਾਮਿਲ ਹਨ। ਸਨੀ ਬਸਰਾ ਨੇ ਕਿਹਾ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਪ੍ਰਸਿੱਧ ਖਿਡਾਰੀ ਕ੍ਰਿਸ ਪੌਲ ਉਸ ਦੇ ਤਿਆਰ ਕੀਤੇ ਗਏ ਡਿਜ਼ਾਈਨ ਪਾ ਰਹੇ ਹਨ। ਸਨੀ ਨੇ ਆਖਿਆ ਕਿ ਕ੍ਰਿਸ ਪੌਲ ਉਹਨਾਂ ਦਾ ਮਨਪਸੰਦ ਖਿਡਾਰੀ ਹੈ ਤੇ ਉੱਪਰੋਂ ਉਸਨੇ ਉਹਨਾਂ ਵੱਲੋਂ ਡਿਜ਼ਾਈਨ ਕੀਤੇ ਗਏ ਕੱਪੜੇ ਪਾਏ ਨੇ ਤੇ ਇਸ ਤੋਂ ਵੱਡੀ ਮਾਣ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਦੋਹਾਂ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੇ ਕੱਪੜਿਆਂ ਦੇ ਡਿਜ਼ਾਈਨਾਂ ਦੀ ਆਪਣੀ ਪਹਿਲੀ ਕਲੈਕਸ਼ਨ ਲਾਂਚ ਕੀਤੀ ਤਾਂ ਇਸ ਦੌਰਾਨ ਉਹਨਾਂ ਨੇ ਪ੍ਰਸਿੱਧ ਖਿਡਾਰੀ ਦੀ ਸੰਸਥਾ ਓਕਲਾਹੋਮਾ ਥੰਡਰ ਪੁਆਇੰਟ ਗਾਰਡ ਦੇ ਨਾਲ ਸੰਪਰਕ ਕੀਤਾ। ਇਸ ਸੰਸਥਾ ਨੂੰ ਉਹਨਾਂ ਦੇ ਕੱਪੜੇ ਪਸੰਦ ਆ ਗਏ ਤੇ ਉਹਨਾਂ ਦੇ ਕਾਫੀ ਕੱਪੜੇ ਖਰੀਦੇ ਗਏ। ਕ੍ਰਿਸ ਪੌਲ ਨੇ ਪਹਿਲਾਂ ਹਲਕੇ ਪੀਲੇ ਰੰਗ ਦੇ ਐਹਸਮਾ ਸਵੈਟਰ ਅਤੇ ਲਾਉਂਜ ਪੈਂਟ ਵਿੱਚ ਤਸਵੀਰਾਂ ਖਿਚਵਾਈਆਂ ਤੇ ਇਸ ਮਗਰੋਂ ਇੰਡੋ ਵਰਕਰ ਜੈਕਟ ਪਾ ਕੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤੇ ਸੈਂਟਰਲ ਬ੍ਰੈਂਪਟਨ ਪਾਰਕ ਵਿੱਚ ਚੱਲੀ ਗੋਲੀ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਈ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਇਹਨਾਂ ਵਿਅਕਤੀਆਂ ਕੋਲੋਂ ਹੈਂਡ ਗਨਜ਼, ਅਸੌਲਟ ਰਾਈਫਲਜ਼ ਅਤੇ ਅਸਲਾ ਆਦਿ ਹਾਸਲ ਹੋਇਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮੇਨ ਸਟਰੀਟ ਦੇ ਪੱਛਮ ਵੱਲ ਸਥਿਤ ਇੰਗਲਿਸ਼ ਸਟਰੀਟ ਪਾਰਕ ਵਿੱਚ ਇੱਕ ਪੁਰਸ਼ ਅਤੇ ਮਹਿਲਾ ਦਾਖਲ ਹੋਏ। ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਪਾਰਕ ਵਿੱਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇਸ ਤੋਂ ਬਾਅਦ ਉਹ ਪੁਰਸ਼ ਅਤੇ ਮਹਿਲਾ ਕਾਰ ਵਿੱਚ ਇਲਾਕੇ ਤੋਂ ਫਰਾਰ ਹੋ ਗਏ। ਅਧਿਕਾਰੀਆਂ ਨੇ ਕਾਰ ਦਾ ਪਿੱਛਾ ਕੀਤਾ ਤੇ ਬਾਅਦ ਵਿੱਚ ਮਸ਼ਕੂਕ ਪੁਰਸ਼ ਦੇ ਘਰ ਦੀ ਤਲਾਸ਼ੀ ਲਈ ਉੱਥੋਂ ਉਹਨਾਂ ਨੂੰ ਕਥਿਤ ਤੌਰ ਉੱਤੇ AR-15 ਅਸੌਲਟ ਰਾਈਫਲ ਜਿਨ੍ਹਾਂ ਦਾ ਬੈਰਲ ਛੋਟਾ ਸੀ, 2 ਹੈਂਡ ਗਨਜ਼, 11 ਮੈਗਜ਼ੀਨ, 250 ਤੋਂ ਵੱਧ ਗੋਲੀ ਸਿੱਕਾ ਤੇ $3000 ਦੀ ਕੋਕੇਨ ਬਰਾਮਦ ਹੋਈ ਹੈ। ਇਹਨਾਂ ਵਿੱਚੋਂ 2 ਹਥਿਆਰ ਛੋਟੇ ਬੈਰਲ ਆਕਾਰ ਦੇ ਕਾਰਨ ਕੈਨੇਡਾ ਵਿੱਚ ਕਾਨੂੰਨੀ ਤੌਰ ਉੱਤੇ ਨਹੀਂ ਖਰੀਦੇ ਜਾ ਸਕਦੇ। ਜਾਂਚਕਾਰਾਂ ਨੇ ਮਸ਼ਕੂਕਾਂ ਦੀ ਪਛਾਣ ਬ੍ਰੈਂਪਟਨ ਦੇ 30 ਸਾਲਾ ਲਿਓਨਲ ਵਿਲੀ ਅਤੇ ਬ੍ਰੈਂਪਟਨ ਦੇ 24 ਸਾਲਾ ਸ਼ਮਸ਼ ਬੇਰਾਂਤੂ ਵਜੋਂ ਕੀਤੀ ਹੈ। ਦੋਵਾਂ ਨੂੰ 23 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ, ਜਿਨ੍ਹਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਉਣ, ਭਰੀ ਹੋਈ ਪਾਬੰਦੀਸ਼ੁਦਾ ਜਾਂ ਹਥਿਆਰ ਉੱਤੇ ਰੋਕ ਲਗਾਉਣ, ਉਹਨਾਂ ਕੋਲ ਅਸਲਾ ਰੱਖਣ, ਕੋਕੇਨ ਰੱਖਣ ਦੇ 5 ਮਾਮਲੇ ਸ਼ਾਮਲ ਹਨ। ਇਸ ਦੇ ਨਾਲ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਤੁਸੀਂ ਬਣ ਰਹੋ ਸਾਡੇ ਨਾਲ। ब्रेक तो बाद ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਉਧਰ ਅਲਬਰਟਾ ਪ੍ਰੀਮੀਅਰ ਜੇਸਨ ਕੈਨੀ ਆਪਣੀ ਮੌਂਟਰੀਅਲ ਅਤੇ ਵਾਸ਼ਿੰਗਟਨ ਡੀਸੀ ਦੀ ਯਾਤਰਾ ਉੱਤੇ ਜਾ ਰਹੇ ਹਨ। ਇੱਕ ਬਿਆਨ ਜਾਰੀ ਕਰਦਿਆਂ ਉਹਨਾਂ ਆਖਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਅਲਬਰਟਾ ਵਿੱਚ ਨਵੇਂ ਕਾਰੋਬਾਰ ਸਥਾਪਿਤ ਕਰਨਾ, ਪਾਈਪਲਾਈਨ ਬਣਾਉਣਾ ਹੋਵੇਗਾ ਤਾਂ ਜੋ ਅਲਬਰਟਾ ਆਰਥਿਕ ਤਰੱਕੀਆਂ ਦੇ ਰਾਹਾਂ ਤੇ ਹੋ ਸਕੇ। ਤੁਹਾਨੂੰ ਦੱਸ ਦਈਏ, ਜੇਸਨ ਕੈਨੀ ਸਨਅਤੀ ਖੇਤਰਾਂ ਦੇ ਦਿੱਗਜ ਅਤੇ ਹੋਰਨਾਂ ਰਾਜਨੀਤਿਕ ਗਲਿਆਰਿਆਂ ਵਿੱਚ ਅਲਬਰਟਾ ਦੇ ਐਨਰਜੀ ਸੈਕਟਰ ਦੀ ਮਹੱਤਤਾ ਬਾਰੇ ਸਾਰਿਆਂ ਨੂੰ ਸਮਝਾਉਣ ਤੇ ਜ਼ੋਰ ਪਾਉਣਗੇ ਕਿ ਇੱਥੇ ਨਵੇਂ ਕਾਰੋਬਾਰ ਸ਼ੁਰੂ ਕੀਤੇ ਜਾ ਸਕਣ। ਤੇ ਕੈਲੀਫੋਰਨੀਆ ਵਿੱਚ ਗ੍ਰੇਹਾਊਂਡ ਬੱਸ ਵਿੱਚ ਗੋਲੀਬਾਰੀ ਦੀ ਘਟਨਾ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਿਕ ਇਸ ਹਮਲੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤੇ 5 ਲੋਕਾਂ ਦੀ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਸੁਰੱਖਿਆ ਬਲਾਂ ਵੱਲੋਂ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਮਲੇ ਦੀ ਖਬਰ ਮਿਲਦੇ ਹੀ ਕੈਲੀਫੋਰਨੀਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾਉਂਦੇ ਹੋਏ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟਸ ਦੇ ਮੁਤਾਬਿਕ ਜਿਸ ਦੌਰਾਨ ਗ੍ਰੇਹਾਊਂਡ ਬੱਸ ਵਿੱਚ ਗੋਲੀਬਾਰੀ ਕੀਤੀ ਗਈ, ਉਸ ਸਮੇਂ ਬੱਸ ਵਿੱਚ 40 ਯਾਤਰੀ ਸਵਾਰ ਸਨ। ਗ੍ਰੇਹਾਊਂਡ ਬੱਸ ਲਾਸ ਐਂਜਲਸ ਤੋਂ ਸੈਨ ਫਰਾਂਸਿਸਕੋ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਸਿਰਫਰੇ ਨੂੰ ਡਰਾਈਵਰ ਨੇ ਬੱਸ ਤੋਂ ਹੇਠਾਂ ਉਤਾਰ ਦਿੱਤਾ। ਉਤਰਦੇ ਹੀ ਸ਼ੱਕੀ ਦੇ ਹੱਥ ਵਿੱਚ ਬੰਦੂਕ ਬੱਸ ਵਿੱਚ ਹੀ ਗਿਰ ਗਈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਕਮਿਊਨੀਕੇਸ਼ਨ ਦੇ ਸੁਪਰਵਾਈਜ਼ਰ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਸੋਮਵਾਰ ਸਵੇਰੇ ਵਾਪਰੀ ਹੈ ਤੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
So I'm going to go over the basics real quick, and then I'll go into the new developing information that we've been able to bring to you. At 1:27 this morning, the California Highway Patrol received 911 cell phone call from people on board a Greyhound bus that originated in Los Angeles and was going to the Bay Area towards San Francisco. There were dozens of people on the bus. I have a confirmed number of 43 occupants, including the driver, so 42 passengers plus the driver. The 911 cell phone caller told dispatchers that there was a man with a gun on the bus and had shot the weapon and had injured several of the passengers. The driver of the bus pulled to the right shoulder immediately, northbound Interstate 5, north of 4th to Home. At this time, we were working out the details exactly how that transpired, but ultimately they were able to get the suspect off of the bus without the weapon. We are working with the witnesses, and we're trying to decipher exactly how that transpired with the sequence of those events. Ultimately, the suspect was left on the right shoulder of northbound Interstate 5, and the driver then left the scene and pulled to the very next off-ramp, which is here at the Grapevine into this Valero gas station. They were able to immediately attend to the medical needs of the victim. Simultaneously, as that happened, California Highway Patrol officers responded to the area and located the suspect on the right shoulder and were able to take him into custody without further incident. The victims here at the scene, there's a total of 6. 5 were transported, 1 was by ground ambulance. 4 by ground ambulance, 1 by air ambulance, and unfortunately, one of the victims succumbed to her injuries here at the scene. I have a medical update. We have 2 of our victims at local hospitals that are in serious condition, and I will get more on that as it becomes available. The coroner has arrived on scene and is now processing what they need for their investigation as we are working towards completing this investigation. At this time, I do not have a motive for you. I don't have any other information as to why this occurred. Like I said, we're interviewing all of the witnesses and putting all the pieces of the puzzle together. I do have one more tidbit of information to share with you. Excuse me. The victim is a female. She was identified by her passport from the country of Colombia, and she is 51 years of age. ਤੇ ਉਧਰ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਯੂਕੇ ਗ੍ਰੀਨਵਿਚ ਵਿੱਚ ਦਿੱਤੇ ਭਾਸ਼ਣ ਦੇ ਦੌਰਾਨ ਯੂਰਪੀ ਸੰਘ ਨਾਲ ਗੱਲਬਾਤ ਬਾਰੇ ਸਰਕਾਰ ਤੇ ਰੁਖ ਦੀ ਰੂਪਰੇਖਾ ਦਿੰਦੇ ਹੋਏ ਵਪਾਰ ਵਿੱਚ ਯੂਰਪੀਅਨ ਯੂਨੀਅਨ ਦੇ ਨਿਯਮਾਂ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਦੱਸਿਆ। ਪ੍ਰਧਾਨ ਮੰਤਰੀ ਨੇ ਆਖਿਆ ਕਿ ਬ੍ਰਿਟਿਸ਼ ਫਿਸ਼ਿੰਗ ਮੈਦਾਨ ਬ੍ਰਿਟਿਸ਼ ਕਿਸ਼ਤੀਆਂ ਦੇ ਲਈ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹਨ। ਯੂਰਪੀਅਨ ਯੂਨੀਅਨ ਦੇ ਮੁੱਖ ਵਾਰਤਾਕਾਰ ਮਿਸ਼ੇਲ ਬਰਨੀਅਰ ਦੇ ਬਿਲਕੁਲ ਉਲਟ, ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਆਖਿਆ ਸੀ ਕਿ ਬਾਜ਼ਾਰ ਅਤੇ ਸਥਿਰ ਕੋਟੇ ਦੇ ਸ਼ੇਅਰ ਵਾਲੇ ਪਾਣੀਆਂ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ। ਬੋਰਿਸ ਜੌਨਸਨ ਨੇ ਆਖਿਆ ਕਿ ਮੁਫਤ ਵਪਾਰ ਸਮਝੌਤੇ ਦੀ ਜ਼ਰੂਰਤ ਨਹੀਂ ਹੈ, ਤੁਰੰਤ ਕੋਈ ਖਾਸ ਬਦਲਾਅ ਨਹੀਂ ਦੇਖਿਆ ਜਾਵੇਗਾ। ਜੌਨਸਨ ਨੇ ਆਖਿਆ ਕਿ ਚਾਹੇ ਉਹ ਇਮੀਗ੍ਰੇਸ਼ਨ ਤੇ ਕਾਬੂ ਕਰਨਾ ਹੋਵੇ, ਸੁਤੰਤਰ ਬੰਦਰਗਾਹ ਬਣਾਉਣਾ ਹੋਵੇ, ਮੱਛੀ ਪਾਲਣ ਉਦਯੋਗ ਨੂੰ ਸੁਤੰਤਰ ਕਰਨਾ ਹੋਵੇ ਜਾਂ ਫਿਰ ਸੁਤੰਤਰ ਰੂਪ ਨਾਲ ਕਾਰੋਬਾਰੀ ਸਮਝੌਤਾ ਕਰਨਾ ਹੋਵੇ। No need for a free trade agreement to involve accepting EU rules on competition policy, subsidies, social protection, the environment, or anything similar, any more than the EU should be obliged to accept UK rules. The UK will maintain the highest standards in these areas, better in many respects than those of the EU, without the compulsion of a treaty. We are ready to consider an agreement on fisheries, but it must reflect the fact that the UK will be an independent coastal state at the end of this year, 2020, controlling our own waters, and under such an agreement there will be annual negotiations with the EU using the latest scientific data, ensuring that British fishing grounds are first and foremost for British boats. It goes without saying that the NHS is not on the table, and we will not accept any diminution
in food, hygiene, or animal welfare standards. But I must say to the America bashers in this country, if there are any, in doing free trade deals, we will be governed by science and not by mumbo jumbo, because the potential is enormous. ਤੇ ਬ੍ਰਿਟੇਨ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਦੱਖਣੀ ਲੰਡਨ ਵਿੱਚ ਅੱਤਵਾਦ ਸੰਬੰਧੀ ਇੱਕ ਘਟਨਾ ਵਿੱਚ ਹਥਿਆਰਬੰਦ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਪੁਲਿਸ ਦਾ ਆਖਣਾ ਹੈ ਕਿ ਹਮਲਾਵਰ ਨੇ ਕਈ ਲੋਕਾਂ ਨੂੰ ਚਾਕੂ ਮਾਰਿਆ ਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਉਹਨਾਂ ਨੂੰ 3 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਇਸ ਤੋਂ ਬਾਅਦ ਐਮਰਜੈਂਸੀ ਸਰਵਿਸਿਜ਼ ਹਰਕਤ ਵਿੱਚ ਆ ਗਈਆਂ। ਹਥਿਆਰਬੰਦ ਪੁਲਿਸ ਨੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਲੰਡਨ ਐਂਬੂਲੈਂਸ ਸਰਵਿਸ ਦਾ ਆਖਣਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਈ ਸਿਹਤ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲੰਡਨ ਦੇ ਸਟ੍ਰੀਟਮ ਹਾਈ ਰੋਡ ਉਤੇ ਚਾਕੂ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਆਇਆਸ ਨਾਲ ਸੰਬੰਧਿਤ ਅਮਾਕ ਏਜੰਸੀ ਨੇ ਦੱਸਿਆ ਕਿ ਸੰਗਠਨ ਨੇ ਲੰਡਨ ਦੇ ਹਾਈ ਰੋਡ ਉਤੇ ਚਾਕੂ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿੱਚ ਇੱਕ ਮਰਦ ਤੇ ਇੱਕ ਮਹਿਲਾ ਜ਼ਖਮੀ ਹੋਏ ਨੇ। ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਹਮਲਾਵਰ ਦੀ ਪਛਾਣ ਅੱਤਵਾਦੀ ਗਤੀਵਿਧੀਆਂ ਦੇ ਦੋਸ਼ੀ ਸੁਦੇਸ਼ ਅਮਾਨ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਨੂੰ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। PM today, Sunday the 2nd of February, 2 people were stabbed in Streatham High Road, Lambeth. Armed officers who were part of a proactive counter-terrorism surveillance operation and were following the suspect on foot were in immediate attendance and shot a male suspect dead at the scene. The suspect had been recently released from prison where he had been serving a sentence for Islamist-related terrorism offences. The officers saw that a device was strapped to his body and called in specialist explosive officers and armed officers to deal with the potential threat that posed. Cordons were put in place and it was quickly established that this was a hoax device. Initial first aid was provided to victims by our officers, and London Ambulance Service continued their treatment once they were able to do so safely. 3 people were taken by ambulance to South London hospitals. One man, who is in his 40s, was initially considered to be in a life-threatening condition. However, we are thankful that following his treatment at hospital, this is no longer the case. One woman in her 50s had non-life-threatening injuries and has been discharged from hospital. And another woman in her 20s has minor injuries, believed to have been caused by glass following the discharge of the police firearm. She continues to receive treatment in hospital. My thoughts are clearly with the victims and their families. We are confident that this is an isolated incident that has been contained. Officers from our counter-terrorism command are investigating at pace. We are also liaising and cooperating with the Independent Office of Police Conduct as they conduct their necessary inquiries. The suspect has not yet been formally identified. However, given the circumstances of the incident, we are confident that he was Sudesh Aman, aged 20 years of age. Streatham High Road remains closed at this time and cordons are in place. We will reopen these as soon as we can. We would like to thank the numerous members of the public who assisted officers and ambulance staff this afternoon following what was a very difficult incident. I am also extremely proud of the bravery of our armed officers. Public safety is obviously our top priority, and to reassure the public, we will be enhancing police patrols in the area. I would urge anyone that has information that could assist with the investigation to call police in confidence. ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।